वाहिगुरु जी का खालसा वाहिगुरु जी की फतेह। आओ गुरमुखो गुर इतिहास ਦੇ ਨਾਲ ਸਾਂਝ ਪਾਈਏ। कलयुग के समय ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਨੂੰ ਤਾਰਨ ਵਾਸਤੇ ਆਏ ਸਨ। ਇਹਨਾਂ ਨੇ ਗੁਰਮੁਖੋ 4 ਉਦਾਸੀਆਂ ਵੀ ਕੀਤੀਆਂ। ਇਹਨਾਂ ਨੇ ਗ੍ਰਸਤੀ ਜੀਵਨ ਵੀ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ। ਇਹਨਾਂ ਦੇ 2 ਪੁੱਤਰ ਵੀ ਹੋਏ ਸਨ। ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ, ਛੋਟੇ ਪੁੱਤਰ ਸਨ ਬਾਬਾ ਲਖਮੀ ਦਾਸ ਜੀ। ਵੱਡੇ ਪੁੱਤਰ ਜਿਹੜੇ ਉਹ ਗ੍ਰਸਤ ਜੀਵਨ ਵਿੱਚ ਨਹੀਂ ਪਏ। ਛੋਟੇ ਪੁੱਤਰ ਬਾਬਾ ਲਖਮੀ ਦਾਸ ਜੀ ਇਹਨਾਂ ਨੇ ਗ੍ਰਸਤ ਜੀਵਨ ਧਾਰਨ ਕੀਤਾ ਹੋਇਆ ਸੀਗਾ। ਇਹਨਾਂ ਦਾ ਗੁਰਮੁਖੋ ਇੱਕ ਪੁੱਤਰ ਹੋਇਆ ਬਾਬਾ ਧਰਮ ਚੰਦ ਜੀ, ਤੇ ਗੁਰਮੁਖੋ ਬਾਬਾ ਸ੍ਰੀ ਚੰਦ ਜੀ ਭਗਤੀ ਤਪੱਸਿਆ ਕਰੀ ਜਾਂਦੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਉਸ ਦਿਨ ਗੁਰਮੁਖੋ ਪਿਆਰਿਓ ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਘੋੜੇ ਦੇ ਉੱਤੇ ਇੱਕ ਹਰਨ ਲਮਕਾਈ ਆਉਂਦੇ ਨੇ, ਤੇ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਕਹਿੰਦੇ ਬਾਬਾ ਲਖਮੀ ਦਾਸ ਜੀ ਇਹ ਤੁਹਾਨੂੰ ਲੇਖਾ ਦੇਣਾ ਪਊਗਾ। ਤੇ ਬਾਬਾ ਲਖਮੀ ਦਾਸ ਜੀ ਕਹਿੰਦੇ ਜੇ ਲੇਖਾ ਸਾਨੂੰ ਦੇਣਾ ਪਊਗਾ ਤੇ ਅਸੀਂ ਹੁਣੇ ਹੀ ਲੇਖਾ ਦੇ ਕੇ ਆਉਂਦੇ ਹਾਂ। ਬਾਬਾ ਲਖਮੀ ਦਾਸ ਜੀ ਨੇ ਆਪਣੇ ਕਮੰਡਲ ਦੇ ਵਿੱਚੋਂ ਉਹ ਹਰਨ ਦੇ ਉੱਤੇ ਜਲ ਦੇ ਛੱਟੇ ਮਾਰੇ ਤੇ ਉਹ ਹਰਨ ਜਿਉਂਦਾ ਹੋ ਗਿਆ। ਫਿਰ ਬਾਬਾ ਲਖਮੀ ਦਾਸ ਜੀ ਉਸੇ ਘੋੜੇ ਦੇ ਉੱਤੇ ਆਪਣੇ ਘਰ ਵਾਲੀ ਨੂੰ ਤੇ ਆਪਣੇ ਪੁੱਤਰ ਧਰਮਚੰਦ ਨੂੰ ਬਿਠਾਲ ਕੇ ਤੇ ਗੁਰਮੁਖੋ ਲੇਖਾ ਦੇਣ ਵਾਸਤੇ ਆਕਾਸ਼ ਦੇ ਵਿੱਚ ਉੱਡੇ ਜਾਂਦੇ ਨੇ। ਜਦ ਆਕਾਸ਼ ਵੱਲ ਨੂੰ ਉੱਡਦੇ ਨੇ ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਕੋਲ ਅੱਗੇ ਕਿਸ ਤਰ੍ਹਾਂ ਵਧੂਗੀ, ਅਸੀਂ ਤਾਂ ਗ੍ਰਸਤ ਜੀਵਨ ਧਾਰਨ ਨਹੀਂ ਕੀਤਾ। ਤੇ ਬਾਬਾ ਲਖਮੀ ਦਾਸ ਜੀ ਇਹ ਸਾਡੇ ਭਤੀਜੇ ਨੂੰ ਧਰਮਚੰਦ ਨੂੰ ਤੁਸੀਂ ਇੱਥੇ ਛੱਡ ਜਾਓ। ਬਾਬਾ ਲਖਮੀ ਦਾਸ ਜੀ ਕਹਿੰਦੇ ਹੁਣ ਤੇ ਤੁਸੀਂ ਆਪਣੀ ਕਲਾ ਨਾਲ ਜੇ ਇਹਨੂੰ ਲਾਹ ਸਕਦੇ ਜੇ ਘੋੜੇ ਦੇ ਉੱਤੋਂ ਆਪਣੇ ਭਤੀਜੇ ਨੂੰ ਤੇ ਲਾਹ ਲਓ। ਫਿਰ ਬਾਬਾ ਸ੍ਰੀ ਚੰਦ ਜੀ ਇਹਨਾਂ ਨੇ ਫਿਰ ਗੁਰਮੁਖੋ 4 ਯੋਜਨ ਉੱਚੀ ਬਾਂਹ ਲੰਬੀ ਕੀਤੀ। 4 ਯੋਜਨ ਗੁਰਮੁਖੋ ਪਿਆਰਿਓ 16 ਕੋਹ ਬਣ ਜਾਂਦੇ ਨੇ। ਇਹਨਾਂ ਨੇ ਫਿਰ 4 ਯੋਜਨ 16 ਕੋਹ ਬਾਂਹ ਲੰਬੀ ਕੀਤੀ। ਆਪਣੇ ਭਤੀਜੇ ਨੂੰ ਇਹਨਾਂ ਨੇ ਧਰਮਚੰਦ ਨੂੰ ਘੋੜੇ ਦੇ ਉੱਤੋਂ ਲਾਹ ਲਿਆ। ਇਹ ਗੁਰਮੁਖ ਪਿਆਰੇ ਬਹੁਤ ਛੋਟਾ ਬੱਚਾ ਸੀਗਾ ਧਰਮਚੰਦ। ਇਹਨੇ ਫਿਰ ਸ੍ਰੀ ਚੰਦ ਜੀ ਦਾ ਪੈਰ ਦਾ ਅੰਗੂਠਾ ਚੁੰਘਣਾ ਤੇ ਗੁਰਮੁਖੋ ਪਿਆਰਿਓ ਇਹਨਾਂ ਚੁੱਪ ਕਰ ਜਾਣਾ। ਫਿਰ ਜਦੋਂ ਜੀ ਕਰਨਾ ਇਹਨਾਂ ਨੇ ਪਿੱਛੇ ਜਟਾਂ ਦੇ ਨਾਲ ਲਮਕ ਜਾਣਾ, ਕਿਉਂਕਿ ਸ੍ਰੀ ਚੰਦ ਜੀ ਦੇ ਬਹੁਤ ਜਟਾਂ ਵਧਾਈਆਂ ਹੋਈਆਂ ਸੀਗੀਆਂ। ਜਟਾਂ ਦੇ ਨਾਲ ਵੀ ਲਮਕ ਜਾਣਾ। ਤੇ ਭਾਈ ਕਮਲੀਆ ਜੀ ਇੱਕ ਦਿਨ ਕਹਿੰਦੇ ਨੇ ਬਾਬਾ ਸ੍ਰੀ ਚੰਦ ਜੀ ਇਹ ਮਹਾਂਪੁਰਸ਼ੋ ਇਹ ਬੱਚਾ ਤੁਹਾਡੀਆਂ ਜਟਾਂ ਦੇ ਨਾਲ ਲਮਕਦਾ ਹੈ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਇਹ ਆ ਸਾਡਾ ਭਤੀਜਾ, ਇਹ ਹੈ ਬਹੁਤ ਛੋਟਾ ਬੱਚਾ। ਇਹ ਮਾਤਾ ਪਿਤਾ ਇਹਦੇ ਸੱਚਖੰਡ ਵੱਲ ਨੂੰ ਚਲੇ ਗਏ ਨੇ। ਇਹ ਮਾਤਾ ਦਾ ਪਿਆਰ ਵੀ ਸਾਡੇ ਕੋਲੋਂ ਹੀ ਲੈ ਰਿਹਾ ਤੇ ਪਿਤਾ ਦਾ ਪਿਆਰ ਵੀ ਸਾਡੇ ਕੋਲੋਂ ਹੀ ਲੈ ਰਿਹਾ ਹੈ। ਕੋਈ ਗੱਲ ਨਹੀਂ। ਉਸ ਟਾਈਮ ਗੁਰਮੁਖੋ ਇੱਕ ਹੋਰ ਘਟਨਾ ਹੋਈ। ਜਹਾਂਗੀਰ ਜੀ ਉਸ ਟਾਈਮ ਬਾਦਸ਼ਾਹ ਸਨ ਤੇ ਜਹਾਂਗੀਰ ਗੁਰਮੁਖੋ ਪਿਆਰਿਓ ਮੀਆਂ ਮੀਰ ਜੀ ਨੂੰ ਪੁੱਛਦੇ ਨੇ, ਆਂਦੇ ਇਸ ਸੰਸਾਰ ਦੇ ਉੱਤੇ ਸਾਡੇ ਵਿੱਚ ਦੇ ਬਾਦਸ਼ਾਹ ਬਹੁਤ ਹੋਏ ਨੇ
ਤੁਹਾਡਾ ਵੀ ਕੋਈ ਬਾਦਸ਼ਾਹ ਹੈ। ਤੇ ਗੁਰਮੁਖੋ ਮੀਆਂ ਮੀਰ ਜੀ ਕਹਿੰਦੇ ਨੇ ਜੇ ਤੁਹਾਡੇ ਬਾਦਸ਼ਾਹ ਹੋਏ ਨੇ ਤੇ ਸਾਡਾ ਵੀ ਸਭ ਤੋਂ ਵੱਡਾ ਬਾਦਸ਼ਾਹ ਇਸ ਸਮੇਂ ਬਾਬਾ ਸ੍ਰੀ ਚੰਦ ਜੀ ਹੈ। ਸਭ ਬਾਦਸ਼ਾਹਾਂ ਦੇ ਵੱਡੇ ਬਾਦਸ਼ਾਹ ਬਾਬਾ ਸ੍ਰੀ ਚੰਦ ਜੀ ਸਾਡੇ ਸਨ। ਤੇ ਗੁਰਮੁਖੋ ਬਾਬੇ ਸ੍ਰੀ ਚੰਦ ਨੂੰ ਮਿਲਣ ਵਾਸਤੇ ਜਹਾਂਗੀਰ ਨੇ ਮੀਆਂ ਮੀਰ ਜੀ ਨੂੰ ਕਿਹਾ ਵੀ ਅਸੀਂ ਬਾਬਾ ਸ੍ਰੀ ਚੰਦ ਜੀ ਨੂੰ ਮਿਲਣਾ ਚਾਹੁੰਦੇ ਹਾਂ। ਫਿਰ ਗੁਰਮੁਖੋ ਮੀਆਂ ਮੀਰ ਜੀ ਨੇ ਬਾਬੇ ਸ੍ਰੀ ਚੰਦ ਜੀ ਨੂੰ ਸੁਨੇਹਾ ਦਿੱਤਾ, ਕਹਿੰਦੇ ਜੀ ਤੁਹਾਨੂੰ ਬਾਦਸ਼ਾਹ ਜਹਾਂਗੀਰ ਮਿਲਣਾ ਚਾਹੁੰਦੇ ਨੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਠੀਕ ਆ, ਜ਼ਰੂਰ ਮਿਲਾਂਗੇ। ਇਹਨਾਂ ਨੇ ਗੁਰਮੁਖੋ ਜਦ ਜਹਾਂਗੀਰ ਨੇ ਆਪਣੇ ਵਜ਼ੀਰਾਂ ਸਮੇਤ ਅਹਿਲਕਾਰਾਂ ਸਮੇਤ ਇੱਕ ਹਾਥੀ ਤਿਆਰ ਕਰਕੇ ਭੇਜਿਆ ਕਿ ਬਾਬੇ ਸ੍ਰੀ ਚੰਦ ਨੂੰ ਕਹੋ ਇਹ ਹਾਥੀ ਦੇ ਉੱਤੇ ਬੈਠ ਕੇ ਸਾਡੇ ਕੋਲ ਆਵੇ। ਬਾਬਾ ਸ੍ਰੀ ਚੰਦ ਜੀ ਦੇ ਕੋਲ ਜਦੋਂ ਅਹਿਲਕਾਰ ਵਜ਼ੀਰ ਆਏ ਨੇ ਹਾਥੀ ਲੈ ਕੇ, ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਤੁਸੀਂ ਸਾਡੀ ਆ ਲੋਈ ਲੈ ਜਾਓ, ਅਸੀਂ ਆਪ ਹੀ ਬਾਅਦ ਵਿੱਚ ਆ ਜਾਵਾਂਗੇ, ਆ ਹਾਥੀ 'ਤੇ ਰੱਖ ਕੇ ਸਾਡੀ ਲੋਈ ਲੈ ਜਾਓ। ਜਦ ਇਹਨਾਂ ਨੇ ਹਾਥੀ ਦੇ ਉੱਤੇ ਲੋਈ ਰੱਖੀ ਤੇ ਗੁਰਮੁਖੋ ਲੋਈ ਦਾ ਭਾਰ ਵੀ ਹਾਥੀ ਝੱਲ ਨਾ ਸਕਿਆ। ਹਾਥੀ ਚੀਕਾਂ ਮਾਰਨ ਲੱਗ ਗਿਆ। ਹਾਥੀ ਗੁਰਮੁਖੋ ਧਰਤੀ ਦੇ ਵਿੱਚ ਹੀ ਧੱਸਣ ਲੱਗ ਗਿਆ। ਤੇ ਜਦ ਸ੍ਰੀ ਚੰਦ ਨੂੰ ਬਾਬਾ ਜੀ ਨੂੰ ਆਣ ਕੇ ਦੱਸਿਆ ਅਹਿਲਕਾਰਾਂ ਨੇ ਵਜ਼ੀਰਾਂ ਨੇ ਵੀ ਹਾਥੀ ਤੇ ਧਰਤੀ ਦੇ ਵਿੱਚ ਧੱਸਦਾ ਜਾਂਦਾ ਹੈ। ਫਿਰ ਗੁਰਮੁਖ ਸ੍ਰੀ ਚੰਦ ਜੀ ਬਾਬਾ ਜੀ ਕਹਿੰਦੇ ਨੇ ਜੇ ਸਾਡੀ ਲੋਈ ਦਾ ਭਾਰ ਨਹੀਂ ਇਹ ਚੱਕ ਸਕਦਾ ਤੁਹਾਡਾ ਹਾਥੀ, ਫਿਰ ਸਾਨੂੰ ਕਿਸ ਤਰ੍ਹਾਂ ਚੱਕ ਕੇ ਲੈ ਕੇ ਜਾਵੇਗਾ। ਤੁਸੀਂ ਸਾਡੀ ਲੋਈ ਵੀ ਰਹਿਣ ਦਿਓ, ਅਸੀਂ ਆਪ ਹੀ ਆ ਜਾਨੇ, ਤੁਸੀਂ ਚਲੋ। ਜਦ ਗੁਰਮੁਖੋ ਪਿਆਰਿਓ ਇਹ ਮਹਿਲਾਂ ਵਿੱਚ ਪਹੁੰਚੇ ਨੇ ਜਹਾਂਗੀਰ ਦੇ ਵਿੱਚ, ਉੱਧਰੋਂ ਫਿਰ ਬਾਬਾ ਸ੍ਰੀ ਚੰਦ ਜੀ ਵੀ ਬਾਬਾ ਕਮਲੀਆ ਜੀ ਦੇ ਮੋਢਿਆਂ 'ਤੇ ਚੜ੍ਹ ਕੇ ਪਹੁੰਚ ਗਏ ਨੇ। ਜਦ ਬੈਠੇ ਨੇ ਵਿਚਾਰ ਵਟਾਂਦਰਾ ਚੱਲ ਰਿਹਾ ਬਾਦਸ਼ਾਹ ਜਹਾਂਗੀਰ ਦਾ ਤੇ ਬਾਬਾ ਸ੍ਰੀ ਚੰਦ ਜੀ ਦਾ। ਉਸ ਟਾਈਮ ਗੁਰਮੁਖੇ ਘਟਨਾ ਘਟੀ। ਜਹਾਂਗੀਰ ਦਾ ਇੱਕ ਪੁੱਤਰ ਸੀਗਾ, ਉਹ ਗੁਰਮੁਖੋ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਂਦਾ ਸੀਗਾ। ਪਤੰਗ ਉਡਾਉਂਦਾ ਉਡਾਉਂਦਾ ਕੋਠੇ ਦੇ ਉੱਤੋਂ ਗੁਰਮੁਖੋ ਥੱਲੇ ਡਿੱਗ ਪਿਆ। ਥੱਲੇ ਡਿੱਗਦਿਆਂ ਸਾਰ ਉਸ ਦੀ ਮੌਤ ਹੋ ਗਈ। ਜਹਾਂਗੀਰ ਦੇ ਪਰਿਵਾਰ ਨੂੰ ਭਾਜਣਾ ਪੈ ਗਈਆਂ, ਰੋਣਾ ਕਰਲਾਣਾ ਚੱਲ ਪਿਆ। ਬਹੁਤ ਰੋਂਦੇ ਕਰਲਾਉਂਦੇ ਨੇ। ਜਹਾਂਗੀਰ ਜੀ ਵੀ ਬਾਬਾ ਸ੍ਰੀ ਚੰਦ ਜੀ ਨੂੰ ਛੱਡ ਕੇ ਉਹ ਪੁੱਤਰ ਮੋਹ ਵਿੱਚ ਪੈ ਗਏ, ਪੁੱਤਰ ਵੱਲ ਨੂੰ ਚਲੇ ਗਏ ਨੇ। ਬਹੁਤ ਰੋਣ ਕਰਲਾਣ ਹੋਇਆ ਉੱਥੇ। ਤੇ ਗੁਰਮੁਖੋ ਉਦੋਂ ਫਿਰ ਜਹਾਂਗੀਰ ਬਾਦਸ਼ਾਹ ਨੇ ਮੀਆਂ ਮੀਰ ਜੀ ਨੂੰ ਪੁੱਛਿਆ ਹੁਣ ਕੀ ਹੋਵੇ। ਫਿਰ ਮੀਆਂ ਮੀਰ ਜੀ ਕਹਿੰਦੇ ਨੇ ਜਹਾਂਗੀਰ ਬਾਦਸ਼ਾਹ ਜੀ ਤੁਸੀਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਕੋਲ ਹੀ ਚਲੋ ਜਿਨ੍ਹਾਂ ਨੂੰ ਵਿਚਾਰ ਵਟਾਂਦਰਾ ਕਰਦਿਆਂ ਕਰਦਿਆਂ ਅੰਦਰ ਇਕੱਲਿਆਂ ਨੂੰ ਛੱਡ ਆਏ ਜੇ, ਉਹੋ ਹੀ ਕਿਰਪਾ ਕਰਨਗੇ ਤੁਹਾਡੇ ਉੱਤੇ। ਫਿਰ ਜਹਾਂਗੀਰ ਜੀ ਨੇ ਬਾਬਾ ਸ੍ਰੀ ਚੰਦ ਨੂੰ ਕਿਹਾ ਪੈਰੀਂ ਪਏ ਨੇ ਮਹਾਰਾਜ ਜੀ ਸਾਡਾ ਪੁੱਤਰ ਜਿਉਂਦਾ ਕਰੋ। ਫਿਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਕਮੰਡਲ ਦੇ ਵਿੱਚੋਂ ਜਲ ਦੇ ਛੱਟੇ ਕੱਢ ਕੇ ਉਸ ਪੁੱਤਰ ਦੇ ਮੁਖੜੇ ਦੇ ਉੱਤੇ ਮਾਰੇ ਤੇ ਕਹਿੰਦੇ ਪੁੱਤਰ ਫਿਰ ਪਤੰਗ ਚੜ੍ਹਾ ਤੂੰ। ਉਸੇ ਤਰ੍ਹਾਂ ਹੀ ਪੁੱਤਰ ਉੱਠਿਆ ਤੇ ਪਤੰਗ ਚੜ੍ਹਾਉਣ ਲੱਗ ਗਿਆ। ਤੇ ਗੁਰਮੁਖੋ ਜਹਾਂਗੀਰ ਜੀ ਹੱਥ ਜੋੜ ਕੇ ਖੜ੍ਹ ਗਏ। ਸਾਰਾ ਪਰਿਵਾਰ ਬਾਬੇ ਸ੍ਰੀ ਚੰਦ ਦੇ ਪੈਰੀਂ ਪਏ। ਫਿਰ ਪੁੱਤਰ ਮੋਹ ਵਿੱਚ ਪੈ ਗਏ ਨੇ। ਤੇ ਬਾਬਾ ਸ੍ਰੀ ਚੰਦ ਜੀ ਉੱਥੋਂ ਗੁਰਮੁਖੋ ਪਿਆਰਿਓ ਉੱਡੇ
ਤੇ ਉੜਦੇ ਉੜਦੇ ਆਣ ਕੇ ਗੁਰਮੁਖੋ ਪਿਆਰਿਓ ਫਿਰ ਬਾਠ ਸਾਹਿਬ ਦੀ ਧਰਤੀ ਤੇ ਆ ਗਏ ਨੇ। ਜਹਾਂਗੀਰ ਨੇ ਗੁਰਮੁਖੋ ਪਿਆਰਿਓ ਫਿਰ ਸੁਨੇਹਾ ਭੇਜਿਆ ਵੀ ਅਸਾਂ ਮਹਾਂਪੁਰਸ਼ਾਂ ਦੇ ਦਰਸ਼ਨ ਜ਼ਰੂਰ ਕਰਨੇ ਨੇ, ਅਸੀਂ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਜ਼ਰੂਰ ਕਰਨੇ ਨੇ। ਇੱਕ ਵਾਰੀ ਬਾਬਾ ਸ੍ਰੀ ਚੰਦ ਜੀ ਨੂੰ ਕਹੋ ਵੀ ਅਸੀਂ ਤੁਹਾਡੇ ਕੋਲ ਆਪ ਆਉਂਦੇ ਹਾਂ। ਬਾਬਾ ਸ੍ਰੀ ਚੰਦ ਜੀ ਨੇ ਟਾਈਮ ਦੇ ਦਿੱਤਾ। ਬਾਬਾ ਸ੍ਰੀ ਚੰਦ ਜੀ ਨੂੰ ਆਣ ਕੇ ਮਿਲੇ ਨੇ। ਫਿਰ ਗੁਰਮੁਖ ਪਿਆਰਿਓ ਜਹਾਂਗੀਰ ਬਾਦਸ਼ਾਹ ਕਹਿੰਦਾ ਜੀ ਅਸੀਂ ਤੁਹਾਡੇ ਨਾਂ 700 ਵਿਗਾ ਜ਼ਮੀਨ ਲਵਾਉਣੇ ਆ। 700 ਵਿਗਾ ਉਸ ਟਾਈਮ ਜ਼ਮੀਨ ਗੁਰਮੁਖੋ ਪਿਆਰਿਓ ਬਾਬਾ ਸ੍ਰੀ ਚੰਦ ਜੀ ਦੇ ਨਾਂ ਲਵਾਉਣ ਵਾਸਤੇ ਜਹਾਂਗੀਰ ਬਾਦਸ਼ਾਹ ਆਏ ਨੇ। ਪਰ ਸ੍ਰੀ ਚੰਦ ਜੀ ਬਾਬਾ ਜੀ ਕਹਿੰਦੇ ਨੇ ਅਸੀਂ ਨਾ ਤਾਂ ਕੋਈ ਜ਼ਮੀਨ ਲੈਂਦੇ ਹਾਂ, ਨਾ ਅਸੀਂ ਕੋਈ ਪੈਸਾ ਲੈਂਦੇ ਹਾਂ, ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਭੁੱਖ ਨਹੀਂ ਹੈ। ਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਜੀ ਇਹ ਤਾਂ ਮੇਰੇ ਮਨ ਦੀ ਸ਼ਰਧਾ, ਇਹ ਤਾਂ ਮੈਂ ਆਪਣੇ ਮਨ ਦੀ ਭਾਵਨਾ ਨਾਲ ਇਹ ਤੁਹਾਨੂੰ ਜ਼ਮੀਨ ਵੀ ਦੇ ਰਿਹਾ। ਤੇ ਜਹਾਂਗੀਰ ਜੀ ਕਹਿੰਦੇ ਵਾਹਿਗੁਰੂ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਇਹ ਫਿਰ ਤੁਹਾਡੀ ਮਰਜ਼ੀ ਹੈ। ਤੇ ਗੁਰਮੁਖੋ ਫਿਰ ਬਾਬਾ ਸ੍ਰੀ ਚੰਦ ਜੀ ਗੁਰਮੁਖੋ ਪਿਆਰਿਓ ਕਹਿੰਦੇ ਨੇ ਤੁਹਾਡੀ ਮਰਜ਼ੀ ਹੈ। ਜਦੋਂ ਬਾਬਾ ਸ੍ਰੀ ਚੰਦ ਜੀ ਨੇ ਇਹ ਗੱਲ ਕਹੀ ਤੇ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਇਹ ਗੱਲ ਕਹੀ ਗੁਰਮੁਖੋ ਵੀ ਤੁਹਾਡੀ ਮਰਜ਼ੀ ਆ, ਕੋਈ ਗੱਲ ਨਹੀਂ, ਲਵਾ ਦਿਓ ਜ਼ਮੀਨ ਨਾਵੇਂ ਤੁਸੀਂ। ਤੇ ਜਹਾਂਗੀਰ ਬਾਦਸ਼ਾਹ ਜੀ ਕਹਿੰਦੇ ਕਿਹਦੇ ਨਾਂ ਲਵਾਈਏ? ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਨੇ ਅਸੀਂ ਆਪਣੇ ਨਾਂ ਤਾਂ ਨਹੀਂ ਲਵਾਉਣੀ ਜ਼ਮੀਨ, ਤੁਸੀਂ ਗੁਰੂ ਘਰ ਦੇ ਨਾਂ ਹੀ ਲਵਾ ਦਿਓ। ਤੇ ਗੁਰਮੁਖੋ ਫਿਰ ਉਹ ਜ਼ਮੀਨ ਜਿਹੜੀ ਆ 700 ਵਿਗਾ ਉਹ ਫਿਰ ਧਰਮ ਚੰਦ ਦੇ ਨਾਂ ਲਵਾਈ, ਬਾਬੇ ਸ੍ਰੀ ਚੰਦ ਜੀ ਦੇ ਭਤੀਜੇ ਦੇ ਨਾਮ। ਉੱਥੋਂ ਗੁਰਮੁਖੋ ਪਿਆਰਿਓ ਫਿਰ ਉੱਥੇ ਬਹੁਤ ਵੱਡਾ ਸਥਾਨ ਬਣਿਆ, ਨਾਨਕ ਚੱਕ ਸਥਾਨ ਉੱਥੇ ਬਣਿਆ ਗੁਰਮੁਖੋ ਪਿਆਰਿਓ। ਫਿਰ ਇਸ ਤਰ੍ਹਾਂ ਗੁਰਮੁਖੋ ਪਿਆਰਿਓ ਜਿਹੜੇ ਗੁਰੂ ਦੇ ਰੱਬ ਦੇ ਪਿਆਰੇ ਨੇ ਉਹ ਗੁਰਮੁਖੋ ਕੋਈ ਭੁੱਖ ਨਹੀਂ ਵਿਖਾਲਦੇ, ਉਹ ਇੱਥੇ ਪੈਸਾ ਲੈਣ ਵਾਸਤੇ ਨਹੀਂ ਆਉਂਦੇ, ਉਹ ਜ਼ਮੀਨਾਂ ਲੈਣ ਵਾਸਤੇ ਨਹੀਂ ਆਉਂਦੇ, ਉਹ ਠੱਗੀਆਂ ਠੋਰੀਆਂ ਮਾਰਨ ਵਾਸਤੇ ਨਹੀਂ ਆਉਂਦੇ, ਉਹ ਸਿਰਫ ਨਾਮ ਜਪਣ ਵਾਸਤੇ ਆਉਂਦੇ ਨੇ। ਤੇ ਨਾਮ ਜਪਿਆਂ ਦੇ ਨਾਲ ਹੀ ਗੁਰਮੁਖੋ ਪਿਆਰਿਓ ਇਸ ਸੰਸਾਰ ਦੇ ਉੱਤੋਂ ਸਾਡਾ ਭਲਾ ਹੋਣਾ ਤੇ ਅਸੀਂ ਸੱਚਖੰਡ ਦੇ ਵਾਸੀ ਬਣਨਾ। ਤੇ ਇੱਥੇ ਗੁਰਮੁਖੋ ਪਿਆਰਿਓ ਗੁਰੂ ਘਰ ਤੇ ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਏ ਗੁਣੀ ਨਿਧਾਨ। ਗੁਰਮੁਖੋ ਪਿਆਰਿਓ ਜਿੰਨੇ ਵੀ ਇੱਥੇ ਸੇਵਾ ਕੀਤੀ ਉਹਨੇ ਹੀ ਮਾਣ ਪਾਇਆ। ਫਿਰ ਗੁਰਮੁਖੋ ਉਸ ਤੋਂ ਬਾਅਦ ਦੇ ਵਿੱਚ ਬਾਬਾ ਸ੍ਰੀ ਚੰਦ ਜੀ ਅੰਮ੍ਰਿਤਸਰ ਵੀ ਗੁਰੂ ਰਾਮਦਾਸ ਜੀ ਨੂੰ ਮਿਲਣ ਵੀ ਆਏ ਨੇ ਵੀ ਹੁਣ ਵੇਖੀਏ ਜਿਹੜੀ ਸਾਡੇ ਪਿਤਾ ਜੀ ਮਰਜ਼ਾਦਾ ਚਲਾ ਕੇ ਗਏ ਨੇ ਗੁਰੂ ਘਰ ਦੀ ਉਹ ਪੂਰੀ ਹੈ, ਕਿਤੇ ਕੁਛ ਫਰਕ ਤਾਂ ਨਹੀਂ ਪਿਆ ਇਹਦੇ ਵਿੱਚ। ਜਦੋਂ ਅੰਮ੍ਰਿਤਸਰ ਆਏ ਨੇ ਤੇ ਗੁਰਮੁਖੋ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ ਤੇ ਗੁਰੂ ਰਾਮਦਾਸ ਜੀ ਅੱਗੋਂ ਲੈਣ ਵਾਸਤੇ ਗਏ ਸਤਿਕਾਰ ਦੇ ਨਾਲ। ਤੇ ਗੁਰੂ ਰਾਮਦਾਸ ਜੀ ਥੱਲੇ ਬੈਠ ਗਏ ਨੇ ਤੇ ਬਾਬਾ ਸ੍ਰੀ ਚੰਦ ਜੀ ਪਲੰਘ ਦੇ ਉੱਤੇ ਪੈਰ ਲਮਕਾ ਕੇ ਚਰਨ ਲਮਕਾ ਕੇ ਆਪਣੇ ਥੱਲੇ ਬੈਠੇ ਨੇ। ਤੇ ਗੁਰਮੁਖੋ ਜਦੋਂ ਬਾਬਾ ਸ੍ਰੀ ਚੰਦ ਜੀ ਚਰਨ ਲਮਕਾ ਕੇ ਪਲੰਘ ਦੇ ਉੱਤੋਂ ਬੈਠੇ ਨੇ ਤੇ ਬਾਬਾ ਗੁਰੂ ਰਾਮਦਾਸ ਜੀ ਨੇ ਥੱਲੇ ਚੌਂਕੜਾ ਮਾਰਿਆ ਭੋਏ ਉੱਤੇ। ਤੇ ਸ੍ਰੀ ਚੰਦ ਬਾਬਾ ਜੀ ਕਹਿੰਦੇ ਪੁਰਖਾ ਦਾੜਾ ਕਿਉਂ ਐਡਾ ਵਧਾਇਆ ਹੈ? ਤੇ ਗੁਰਮੁਖੋ ਜੇ ਤੇ ਹੁੰਦਾ ਕੋਈ ਸਾਡੇ ਵਰਗਾ ਤੇ ਲੜ ਪੈਂਦਾ, ਕਿਉਂਕਿ ਬਾਬਾ ਸ੍ਰੀ ਚੰਦ ਜੀ ਜਿਹੜੇ ਉਹਨਾਂ ਦੇ ਦਾੜਾ ਨਹੀਂ ਸੀ ਮੁੱਖ ਦੇ ਉੱਤੇ ਹੈਗਾ। ਤੇ ਗੁਰਮੁਖੋ ਜੇ ਕੋਈ ਸਾਡੇ ਵਰਗਾ ਹੁੰਦਾ ਤੇ ਕਹਿੰਦਾ ਤੇਰੇ ਤੇ ਹੈ ਨਹੀਂ, ਤੂੰ ਸਾਡੇ ਦਾੜੇ ਨੂੰ ਕੀ ਆਖਣਾ, ਲੜਾਈ ਕਰਨੀ ਸੀ ਗੁਰਮੁਖੋ। ਪਰ ਗੁਰੂ ਰਾਮਦਾਸ ਜੀ ਦੀ ਨਿਮਰਤਾ ਵੇਖੋ। ਗੁਰਮੁਖੋ ਗੁਰੂ ਰਾਮਦਾਸ ਜੀ ਕਹਿੰਦੇ ਨੇ ਮਹਾਂਪੁਰਖੋ ਇਹ ਤੁਹਾਡੇ ਚਰਨ ਸਾਫ਼ ਕਰਨ ਵਾਸਤੇ ਦਾੜਾ ਵਧਾਇਆ ਅਸੀਂ। ਤੇ ਗੁਰਮੁਖੋ ਆਪਣੇ ਦਾੜੇ ਨਾਲ ਗੁਰੂ ਸਾਹਿਬ ਨੇ
फिर बाबे श्री चंद जी के चरण साफ किए ने। वेखो एडी वड्डी निमरता, जे एडी वड्डी निमरता रखी तो गुरमुखो सोढ़ी वंश दे विच गुरु रामदास जी तो ला के ते 10वें पातशाह तक गुरमुखो प्यारिओ गद्दी फिर रही। तो फिर गुरमुखो प्यारिओ उस तो बाद दे विच धन श्री गुरु ग्रंथ साहिब जी नूं गद्दी दी बख्शिश करके ते गुरमुखो प्यारिओ गद्दी दे उत्ते बिराजमान करके गए 10वें पातशाह। इन्नियां ही बेनतियां करता है गुरमुखो प्यारिओ दास खेमा दा जाचक है। वाहिगुरू जी का खालसा, वाहिगुरू जी की फतेह। गुरमुखो प्यारिओ साडा धारना वाले कीर्तन का जथा बहुत वधिया है। गुरमुखो जे किसी ने भी बुकिंग करनी होवे इस नंबर के उत्ते वो बुक कर सकता है। इन्नियां ही बेनतियां करदा है दास खेमा दा जज के। वाहिगुरू जी का खालसा, वाहिगुरू जी की फतेह।